ਭਾਰਤ ਦੇ ਬਹੁਤ ਹੀ ਪਿਆਰੇ ਦੇਸ਼ ਵਾਸੀਓ, ਅੱਜ ਆਪ ਜੀ ਦੇ ਨਾਲ ਇੱਕ ਐਸੇ ਮਹਾਤਮਾ ਜੀ ਬਾਰੇ ਵਿਚਾਰ ਕਰਾਂਗਾ। ਉਹਨਾਂ ਦੇ ਜੀਵਨ ਦੀ ਸਾਂਝ ਪਾਵਾਂਗਾ ਜਿਨ੍ਹਾਂ ਨੇ ਸਾਡੇ ਜੀਵਨ ਦੇ ਵਿੱਚ ਇੱਕ ਇਨਕਲਾਬ ਲਿਆਂਦਾ, ਜਿਨ੍ਹਾਂ ਦੀ ਬਦੌਲਤ ਸਾਡੀਆਂ ਮਾਤਾਵਾਂ, ਭੈਣਾਂ, ਬੱਚੀਆਂ ਪੜ੍ਹ ਲਿਖ ਸਕੀਆਂ, ਅਸੀਂ ਪੜ੍ਹ ਲਿਖ ਸਕੇ, ਅਸੀਂ ਸਰੀਰਕ ਤੌਰ ਅਤੇ ਮਾਨਸਿਕ ਤੌਰ 'ਤੇ ਆਜ਼ਾਦ ਹੋਏ। ਐਡੇ ਵੱਡੇ ਮਹਾਤਮਾ ਨੇ ਉਹ ਦੁਨੀਆ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਵਿਅਕਤੀ, ਸਿੰਬਲ ਆਫ ਨੌਲੇਜ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਇਹਨਾਂ ਮਹਾਤਮਾ ਨੂੰ ਆਪਣਾ ਗੁਰੂ ਧਾਰਨ ਕੀਤਾ। ਕੌਣ ਨੇ ਇਹ ਮਹਾਤਮਾ? ਆਓ ਅੱਜ ਆਪਾਂ ਇਹਨਾਂ ਦੇ ਜੀਵਨ ਬਾਰੇ ਜਾਣੀਏ ਕਿ ਇਹਨਾਂ ਨੇ ਆਪਣਾ ਸਾਰਾ ਜੀਵਨ ਸਮਾਜ ਦੇ ਲੇਖੇ ਲਾਇਆ, ਦੇਸ਼ ਦੇ ਲੇਖੇ ਲਾਇਆ, ਉਹ ਦੱਬੇ ਕੁਚਲੇ ਲੋਕਾਂ ਦੇ ਲੇਖੇ ਲਾਇਆ ਜਿਹੜੇ ਸਦੀਆਂ ਤੋਂ ਗੁਲਾਮ ਬਣਾ ਕੇ ਰੱਖੇ ਸੀ। ਆਓ ਆਪਾਂ ਇਹਨਾਂ ਦੇ ਇਤਿਹਾਸ ਬਾਰੇ ਜਾਣਨ ਦਾ ਯਤਨ ਕਰੀਏ। ਸੋ ਵਿਚਾਰਾ ਆਰੰਭ ਕਰੀਏ। ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਆਪਣੇ ਸਤਿਗੁਰਾਂ, ਆਪਣੇ ਰਹਿਬਰਾਂ, ਆਪਣੇ ਮਹਾਂਪੁਰਖਿਆਂ ਨੂੰ ਹੋਈਏ ਨਤਮਸਤਕ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਪਿਆਰੇ ਦੇਸ਼ ਵਾਸੀਓ, ਸਾਡੇ ਲਈ ਇਹ ਬੜੇ ਦੁਖਾਂਤ ਵਾਲੀ ਗੱਲ ਹੈ, ਉਹ ਜਿਨ੍ਹਾਂ ਰਹਿਬਰਾਂ ਨੇ, ਜਿਨ੍ਹਾਂ ਮਹਾਂਪੁਰਖਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ, ਸਾਡੇ ਲਈ ਆਪਣਾ ਆਪ ਵਾਰਿਆ, ਆਪਣਾ ਸਾਰਾ ਜੀਵਨ ਸਾਡੇ ਲੇਖੇ ਲਾਇਆ, ਅਸੀਂ ਉਹਨਾਂ ਨੂੰ ਭੁਲਾ ਦਿੱਤਾ। ਜਿਨ੍ਹਾਂ ਨੂੰ ਅਸੀਂ ਗੁੰਮਨਾਮ ਕਰ ਦਿੱਤਾ ਨਾ, ਉਹਨਾਂ ਦੇ ਵਿੱਚ ਇਹ ਮਹਾਤਮਾ ਆਉਂਦੇ ਨੇ। ਐਡੇ ਵੱਡੇ ਮਹਾਤਮਾ ਜਿਨ੍ਹਾਂ ਨੇ ਭਾਰਤ ਦੀ ਧਰਤੀ ਦੇ ਉੱਤੇ ਔਰਤਾਂ ਲਈ ਡੰਡੇ ਦੇ ਜ਼ੋਰ 'ਤੇ ਪਹਿਲੀ ਵਾਰ ਸਕੂਲ ਖੋਲ੍ਹਿਆ, ਪੂਨੇ ਦੀ ਧਰਤੀ 'ਤੇ, ਮਹਾਰਾਸ਼ਟਰ ਦੀ ਧਰਤੀ 'ਤੇ। ਮੈਨੂੰ ਖਿਆਲ ਹੈ ਕਿ ਕਈਆਂ ਨੂੰ ਹੁਣ ਪਤਾ ਲੱਗ ਗਿਆ ਹੋਣਾ ਵੀ ਇਹ ਮਹਾਤਮਾ ਕੌਣ ਨੇ। ਇਹ ਮਹਾਤਮਾ ਜੋਤੀ ਰਾਓ ਫੂਲੇ ਸਾਹਿਬ ਜੀ ਨੇ, ਜਿਨ੍ਹਾਂ ਨੇ ਆਪਣੀ ਪਤਨੀ ਸਵਿਤਰੀ ਬਾਈ ਫੂਲੇ ਜੀ ਨੂੰ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਹੋਣ ਦਾ ਖਿਤਾਬ ਦਿਵਾਇਆ। ਉਹਨਾਂ ਦੇ ਨਾਲ ਬੀਬੀ ਸ਼ੇਖ ਫਾਤਮਾ ਜੀ, ਉਹਨਾਂ ਦੇ ਭਰਾ ਉਸਮਾਨ ਸ਼ੇਖ ਜੀ ਨੇ ਸਾਥ ਦਿੱਤਾ। ਇਹ ਮਹਾਤਮਾ ਜੋਤੀ ਰਾਓ ਫੂਲੇ ਜੀ ਨੇ, ਜਿਨ੍ਹਾਂ ਦਾ ਅੱਜ ਜੀਵਨ ਤੁਹਾਡੇ ਨਾਲ ਸਾਂਝਾ ਕਰਨਾ ਹੈ। ਇਸ ਮਹਾਤਮਾ ਜੀ ਦਾ ਜਨਮ 11 ਅਪ੍ਰੈਲ 1827 ਈਸਵੀ ਨੂੰ ਪੂਨੇ ਦੀ ਧਰਤੀ ਮਹਾਰਾਸ਼ਟਰ ਵਿਖੇ ਹੁੰਦਾ। ਇਹਨਾਂ ਦੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਦਾ ਨਾਮ ਚਿਮਨਾ ਬਾਈ ਜੀ। ਇਹਨਾਂ ਦੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਦਾ ਨਾਮ ਗੋਬਿੰਦ ਰਾਓ ਫੂਲੇ ਸਾਹਿਬ ਜੀ ਸੀ। ਆਪ ਜੀ ਬਚਪਨ ਤੋਂ ਹੀ ਬੜੇ ਤੀਖਣ ਬੁੱਧੀ ਦੇ ਸਨ। ਇਸ ਕਰਕੇ ਆਪ ਜੀ ਦੇ ਪਿਤਾ ਜੀ ਨੇ 1834 ਈਸਵੀ ਦੇ ਵਿੱਚ ਮਰਾਠੀ ਸਕੂਲ ਵਿੱਚ ਪੜ੍ਹਨੇ ਪਾਇਆ। 1838 ਤੱਕ ਆਪ ਜੀ ਨੇ ਮਰਾਠੀ ਦੀ ਪੜ੍ਹਾਈ ਕੀਤੀ। ਆਪ ਜੀ ਦੇ ਪਿਤਾ ਜੀ ਨੇ ਫਿਰ ਆਪ ਜੀ ਨੂੰ ਸਕੂਲੋਂ ਹਟਾ ਲਿਆ। 2 ਸਾਲ ਆਪ ਜੀ ਆਪਣੇ ਪਿਤਾ ਜੀ ਦੇ ਨਾਲ ਫੁੱਲਾਂ ਦਾ ਕੰਮ ਕਰਦੇ ਰਹੇ। ਉਸ ਤੋਂ ਬਾਅਦ 1840 ਈਸਵੀ ਦੇ ਵਿੱਚ ਆਪ ਜੀ ਦਾ ਵਿਆਹ ਮਾਤਾ ਸਵਿਤਰੀ ਬਾਈ ਫੂਲੇ ਜੀ ਨੇ ਨਾਲ ਕਰ ਦਿੱਤਾ। ਔਰ ਮਾਤਾ ਸਵਿਤਰੀ ਬਾਈ ਫੂਲੇ ਜੀ ਬਾਰੇ ਆਪਾਂ ਸਾਰੇ ਜਾਣਦੇ ਹਾਂ। ਮੈਂ ਪਹਿਲਾਂ ਇਸ ਵੀਡੀਓ ਵਿੱਚ ਤੁਹਾਨੂੰ ਦੱਸ ਵੀ ਦਿੱਤਾ ਕਿ ਭਾਰਤ ਦੇ ਪਹਿਲੇ ਮਹਿਲਾ ਅਧਿਆਪਕ ਹੋਏ ਨੇ, ਜਿਨ੍ਹਾਂ ਨੇ ਪਹਿਲੀ ਵਾਰ ਔਰਤਾਂ ਲਈ ਸਕੂਲ ਖੋਲ੍ਹਿਆ। ਇਹ ਸਾਡੀਆਂ ਸਕੂਲਾਂ ਵਿੱਚ ਪੜ੍ਹਦੀਆਂ ਭੈਣਾਂ ਨੂੰ, ਬੱਚੀਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਸਾਡੇ ਦੇਸ਼ ਦੀਆਂ ਮਾਤਾਵਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇਹ ਮਹਾਤਮਾ ਜੋਤੀ ਰਾਓ ਫੂਲੇ ਸਾਹਿਬ ਜੀ ਦੀ ਬਦੌਲਤ ਉਹਨਾਂ ਦੀ ਪਤਨੀ ਪੜ੍ਹ ਲਿਖ ਪਾਈ ਅਤੇ ਤਾਂ ਸਕੂਲ ਖੋਲ੍ਹਿਆ ਗਿਆ। 1841 ਦੇ ਵਿੱਚ ਆਪ ਜੀ ਦੇ ਪਿਤਾ ਨੂੰ ਸਮਾਜ ਨੇ ਬਹੁਤ ਜ਼ੋਰ ਪਾਇਆ ਕਿ ਗੋਬਿੰਦ ਜੀ, ਫੂਲੇ ਸਾਹਿਬ ਜੀ, ਤੁਹਾਡਾ ਬੇਟਾ ਜੋਤੀ ਰਾਓ ਫੂਲੇ ਪੜ੍ਹਨ ਦੇ ਵਿੱਚ ਇੰਨਾ ਮਾਹਰ ਹੈ, ਇੰਨਾ ਵਧੀਆ ਹੈ, ਤੁਸੀਂ ਕਿਉਂ ਹਟਾਇਆ? ਇਹਨੂੰ ਪੜ੍ਹਾਓ। ਸਮਾਜ ਦੇ ਕਹਿਣ 'ਤੇ, ਹੋਰ ਸੱਜਣਾਂ ਦੇ ਕਹਿਣ 'ਤੇ ਜੋਤੀ ਰਾਓ ਫੂਲੇ ਸਾਹਿਬ ਜੀ ਨੂੰ ਫਿਰ ਸਕੂਲੇ ਪੜ੍ਹਨੇ ਪਾਇਆ ਗਿਆ। 1841 ਤੋਂ ਲੈ ਕੇ 1847 ਤੱਕ ਪੜ੍ਹਾਈ ਕੀਤੀ ਅੰਗਰੇਜ਼ੀ ਮੀਡੀਅਮ ਦੇ ਵਿੱਚ, ਅੰਗਰੇਜ਼ੀ ਸਕੂਲ ਦੇ ਵਿੱਚ। ਫਿਰ ਆਪ ਜੀ ਨੇ ਅੰਗਰੇਜ਼ੀ ਸਕੂਲ ਦੇ ਵਿੱਚ ਪੜ੍ਹਦਿਆਂ 1847 ਦੇ ਵਿੱਚ ਥਾਮਸ ਪੇਨ ਦੀ ਇੱਕ ਕਿਤਾਬ ਪੜ੍ਹੀ, ਰਾਈਟ ਆਫ ਮੈਨ,
ਜਿਹਦੇ ਵਿੱਚ ਹੱਕਾਂ ਅਧਿਕਾਰਾਂ ਬਾਰੇ ਲਿਖਿਆ ਹੋਇਆ ਸੀ। ਮਨ ਦੇ ਵਿੱਚ ਇਹ ਚੰਗਿਆੜੀ ਸੀ ਕਿ ਮੈਂ ਆਪਣੇ ਸਮਾਜ ਨੂੰ ਇੰਨੀਆਂ ਬੁਲੰਦੀਆਂ 'ਤੇ ਲੈ ਜਾਵਾਂ ਕਿ ਇਹਨਾਂ ਦਾ ਕੋਈ ਵੀ ਅਪਮਾਨ ਨਾ ਕਰ ਸਕੇ। ਮਹਾਤਮਾ ਜੋਤੀ ਰਾਓ ਫੂਲੇ ਸਾਹਿਬ ਜੀ ਦਾ ਅਪਮਾਨ ਹੋਇਆ ਸੀ ਇੱਕ ਵਾਰ। ਮਹਾਤਮਾ ਜੀ ਆਪਣੇ ਬ੍ਰਾਹਮਣ ਮਿੱਤਰ ਦੀ ਇੱਕ ਸ਼ਾਦੀ ਵਿੱਚ ਜਾਂਦੇ ਨੇ, ਵਿਆਹ ਵਿੱਚ ਜਾਂਦੇ ਨੇ। ਜਦੋਂ ਉੱਥੇ ਬਰਾਤੀਆਂ ਨੂੰ, ਜਿਨ੍ਹਾਂ ਦਾ ਵਿਆਹ ਸੀ, ਪਤਾ ਲੱਗ ਜਾਂਦਾ ਕਿ ਇਹ ਸ਼ੂਦਰ ਨੇ, ਜੋਤੀ ਰਾਓ ਫੂਲੇ ਸਾਹਿਬ ਜੀ ਦਲਿਤ ਸਮਾਜ ਨਾਲ ਸੰਬੰਧ ਰੱਖਦੇ ਨੇ, ਉੱਥੇ ਉਹਨਾਂ ਨੂੰ ਅਪਮਾਨਿਤ ਕਰਕੇ ਬਾਹਰ ਕੱਢ ਦਿੱਤਾ ਜਾਂਦਾ। ਅਤੇ ਮਨ ਦੇ ਵਿੱਚ ਧਾਰਨ ਕਰ ਲੈਂਦੇ ਨੇ ਕਿ ਮੈਂ ਹੁਣ ਆਪਣੇ ਸਮਾਜ ਨੂੰ ਇਹ ਜਿਲਤ ਭਰੀ ਜ਼ਿੰਦਗੀ ਨਹੀਂ ਜੀਣ ਦਿਆਂਗਾ, ਇਹਨਾਂ ਦਾ ਜੋ ਰੁਤਬਾ ਹੈ ਹੋਰ ਉੱਚਾ ਕਰਾਂਗਾ। ਅਤੇ ਮਹਾਤਮਾ ਜੋਤੀ ਰਾਓ ਫੂਲੇ ਸਾਹਿਬ ਜੀ ਨੇ ਆਪਣੀ ਪਤਨੀ ਨਾਲ ਮਿਲ ਕੇ 1848 ਵਿੱਚ ਸਕੂਲ ਖੋਲ੍ਹਿਆ, ਜਿੱਥੇ ਉੱਥੇ ਹੀ ਆਪਣੇ ਜੀਵਨ ਦੇ ਵਿੱਚ ਆਪਣੀ ਪਤਨੀ ਨਾਲ ਮਿਲ ਕੇ 18 ਸਕੂਲ ਖੋਲ੍ਹੇ ਸੀ। ਐਡੀ ਵੱਡੀ ਕ੍ਰਾਂਤੀ ਕੀਤੀ ਸੀ। ਤਾਈਓਂ ਤਾਂ ਸਿੱਖਿਆ ਬੋਰਡ ਨੇ ਆਪ ਜੀ ਨੂੰ ਇੱਕ ਸ਼ਾਲ ਅਤੇ 195 ਰੁਪਈਏ ਦਿੱਤੇ ਸੀ ਉਸ ਸਮੇਂ। ਆਪ ਜੀ ਦਾ ਬਹੁਤ ਸਤਿਕਾਰ ਕਰਦੇ ਸੀ, ਬਹੁਤ ਮਾਣ ਕਰਦੇ ਸੀ, ਪਰ ਉੱਚੀਆਂ ਜਾਤਾਂ ਵਾਲੇ ਲੋਕ ਸੀ ਜਿਹੜੇ, ਉਹ ਆਪ ਜੀ ਨੂੰ ਨਫ਼ਰਤ ਕਰਦੇ ਸੀ। ਜਿੱਥੇ ਆਪ ਜੀ ਨੇ ਸਮਾਜ ਦਾ ਭਲਾ ਕੀਤਾ, ਉੱਥੇ ਇੱਕ ਸਮਾਜ ਨੂੰ ਨਵੀਂ ਸੇਧ ਦਿੰਦੇ ਸੀ, ਨਵੇਂ ਪੂਰਨੇ ਪਾਉਂਦੇ ਸੀ। ਸੰਨ 1868 ਈਸਵੀ ਦੇ ਵਿੱਚ ਆਪ ਜੀ ਦੇ ਪਿਤਾ ਜੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਦੁਨੀਆ ਤੋਂ ਤੁਰ ਗਏ। ਜਦੋਂ ਉਹਨਾਂ ਦਾ ਭੋਗ ਆਇਆ, ਉੱਥੇ ਕਿਸੇ ਬ੍ਰਾਹਮਣ ਨੂੰ ਨਹੀਂ ਬ੍ਰਹਮ ਭੋਜ 'ਤੇ ਬੁਲਾਇਆ। ਕੋਈ ਉੱਥੇ ਐਸਾ ਕਰਮ ਕਾਂਡ ਨਹੀਂ ਕੀਤਾ ਗਿਆ ਜਿਹਦਾ ਸਮਾਜ 'ਤੇ ਬੁਰਾ ਪ੍ਰਭਾਵ ਪਵੇ। ਸਗੋਂ ਦੀ ਜੋਤੀ ਰਾਓ ਫੂਲੇ ਸਾਹਿਬ ਜੀ ਨੇ ਆਪਣੀ ਪਤਨੀ ਨਾਲ ਮਿਲ ਕੇ ਉੱਥੇ ਗਰੀਬ ਬੱਚਿਆਂ ਨੂੰ, ਗਰੀਬ ਬੱਚੀਆਂ ਨੂੰ ਕਿਤਾਬਾਂ, ਕਾਪੀਆਂ, ਪੈਨਸਲਾਂ ਵੰਡੀਆਂ। ਜੋ ਉਸ ਸਮੇਂ ਪੜ੍ਹਨ ਲਿਖਣ ਦੇ ਸਾਧਨ ਸੀ, ਉਹ ਵੰਡੇ ਗਏ। ਇਹ ਜਿਹੜਾ ਮਹਾਤਮਾ ਜੋਤੀ ਰਾਓ ਫੂਲੇ ਸਾਹਿਬ ਜੀ ਦੇ ਜੀਵਨ ਦਾ ਇਨਕਲਾਬ ਸੀ, ਇਹਦਾ ਜਿਹੜਾ ਪ੍ਰਭਾਵ ਸੀ ਬਾਕੀ ਲੋਕਾਂ 'ਤੇ ਵੀ ਪੈਂਦਾ ਸੀ। ਜਿਵੇਂ ਜਿਵੇਂ ਜੋਤੀ ਰਾਓ ਫੂਲੇ ਸਾਹਿਬ ਜੀ ਕਰਦੇ ਸੀ, ਇਸ ਤਰ੍ਹਾਂ ਹੀ ਬਾਕੀ ਸਮਾਜ ਦੇ ਲੋਕ ਵੀ ਕਰਦੇ ਸਨ। 24 ਸਤੰਬਰ 1873 ਈਸਵੀ ਨੂੰ ਸੱਤਿਆ ਸੋਧਕ ਨਾਮ ਦਾ ਇੱਕ ਸੰਗਠਨ ਬਣਾਇਆ ਗਿਆ, ਜਿਸ ਦੇ ਵਿੱਚ ਅਛੂਤਾਂ ਦੇ ਭਲੇ ਲਈ, ਗਰੀਬਾਂ ਦੇ ਭਲੇ ਲਈ ਆਪ ਜੀ ਨੇ ਬਹੁਤ ਵੱਡੇ ਪਰਉਪਕਾਰ ਕੀਤੇ। ਜਿਹੜੀਆਂ ਔਰਤਾਂ ਸੀ, ਖਾਸ ਕਰਕੇ ਉਹ ਔਰਤਾਂ ਜਿਹੜੀਆਂ ਵਿਧਵਾਵਾਂ ਸੀ, ਉਹਨਾਂ ਦੇ ਲਈ ਇੱਕ ਅੰਦੋਲਨ ਚਲਾਇਆ ਗਿਆ ਕਿ ਇਹ ਵਿਧਵਾ ਨਾ ਰਹਿਣ, ਇਹਨਾਂ ਨੂੰ ਵਿਆਹ ਕਰਨ ਦਾ ਅਧਿਕਾਰ ਦਿੱਤਾ ਜਾਵੇ। ਇਹ ਦੂਸਰਾ ਵਿਆਹ ਕਰਕੇ ਆਪਣਾ ਜੀਵਨ ਅਤੇ ਆਪਣੇ ਬੱਚਿਆਂ ਦਾ ਜੀਵਨ ਸੰਵਾਰ ਦੇਣ। ਬਾਲ ਵਿਆਹ 'ਤੇ ਰੋਕ ਲਾਉਣ ਲਈ ਆਪ ਜੀ ਨੇ ਸਮਾਜ ਨੂੰ ਜਾਗਰੂਕ ਕੀਤਾ। ਏਡੇ ਵੱਡੇ ਮਹਾਨ ਕਾਰਜ ਕੀਤੇ ਕਿ ਜਿਹਦਾ ਇਤਿਹਾਸ ਦੇ ਵਿੱਚ ਇੱਕ ਵੱਖਰਾ ਇਤਿਹਾਸ ਪੈਦਾ ਹੋ ਜਾਂਦਾ। ਇੱਕ ਦਿਨ ਕੀ ਹੋਇਆ, ਕਾਸ਼ੀ ਬਾਈ ਨਾਮ ਦੀ ਇੱਕ ਮਹਿਲਾ ਸੀ, ਭਾਵੇਂ ਕਿ ਉਹ ਜਾਤੀ ਤੌਰ 'ਤੇ ਬ੍ਰਾਹਮਣ ਸੀ, ਆਤਮ ਹੱਤਿਆ ਕਰਨ ਜਾ ਰਹੀ ਸੀ। ਮਹਾਤਮਾ ਜੋਤੀ ਰਾਓ ਫੂਲੇ ਸਾਹਿਬ ਜੀ ਅਤੇ ਉਹਨਾਂ ਦੀ ਪਤਨੀ ਸਵਿਤਰੀ ਬਾਈ ਫੂਲੇ ਜੀ ਨੇ ਜਦੋਂ ਦੇਖਿਆ ਤਾਂ ਉਸ ਨੂੰ ਆਤਮ ਹੱਤਿਆ ਕਰਨ ਤੋਂ ਰੋਕਿਆ। ਉਸ ਨੂੰ ਆਤਮ ਹੱਤਿਆ ਕਰਨ ਤੋਂ ਰੋਕ ਕੇ ਫਿਰ ਜਦੋਂ ਵੇਖਿਆ ਵੀ ਇਹ ਤਾਂ ਗਰਭਵਤੀ ਹੈ, ਫਿਰ ਉਸ ਨੂੰ ਆਪਣੇ ਘਰ ਦੇ ਵਿੱਚ ਲਿਆਂਦਾ, ਉਹਦੀ ਸੇਵਾ ਕੀਤੀ। ਫਿਰ ਉਹਦੇ ਪੇਟ ਦੇ ਵਿੱਚੋਂ ਇੱਕ ਬੱਚੇ ਨੇ ਜਨਮ ਲਿਆ। ਉਹ ਜਿਹੜਾ ਬੱਚਾ ਸੀ, ਉਹ ਬੱਚਾ ਆਪ ਜੀ ਨੇ ਪੜ੍ਹਾਇਆ, ਲਿਖਾਇਆ ਅਤੇ ਫਿਰ ਡਾਕਟਰ ਬਣਾਇਆ। ਉਹਨੂੰ ਆਪਣਾ ਪੁੱਤਰ ਬਣਾ ਕੇ ਰੱਖਿਆ ਅਤੇ ਉਹਦਾ ਨਾਮ ਸੀ ਜਸਵੰਤ ਜੀ। ਐਡਾ ਵੱਡਾ ਮਹਾਨ ਕਾਰਜ ਕਿ ਉਹਨਾਂ ਨੇ ਇੱਕ ਬ੍ਰਾਹਮਣ ਔਰਤ ਨੂੰ ਮਰਨ ਤੋਂ ਬਚਾਇਆ ਅਤੇ ਉਸ ਦੇ ਬੱਚੇ ਨੂੰ ਗੋਦ ਲੈ ਕੇ ਆਪਣਾ ਬੇਟਾ ਬਣਾ ਕੇ, ਆਪਣੇ ਬੱਚਿਆਂ ਵਾਂਗ ਪਾਲ ਕੇ ਸਮਾਜ ਦੇ ਭਲਾਈ ਵਾਸਤੇ ਲਾਇਆ। ਇਹਨਾਂ ਦਾ ਇਤਿਹਾਸ ਦੇਖੋ ਕਿੰਨਾ ਵਿਲੱਖਣ ਹੈ। ਆਪ ਜੀ ਨੇ ਆਪਣੇ ਜੀਵਨ ਦੇ ਵਿੱਚ ਗੁਲਾਮਗਿਰੀ ਕਿਤਾਬ ਲਿਖੀ, ਆਪਣੇ ਜੀਵਨ ਦੇ ਵਿੱਚ ਬ੍ਰਾਹਮਣਾਂ ਦੀ ਚਲਾਕੀ ਉਹਦੀ ਕਿਤਾਬ ਲਿਖੀ, ਉਸ ਵਿਸ਼ੇ 'ਤੇ ਕਿਸਾਨ ਦਾ ਕੌੜਾ ਇਹ ਕਿਤਾਬ ਲਿਖੀ। ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਆਪ ਜੀ ਨੇ ਸਮਾਜ ਨੂੰ ਜਾਗਰੂਕ ਕਰਨ ਲਈ। 1888 ਈਸਵੀ ਦੇ ਵਿੱਚ ਆਪ ਜੀ ਨੂੰ ਸੱਜੇ ਪਾਸੇ ਅਧਰੰਗ ਹੋ ਜਾਂਦਾ, ਪਾਸਾ ਖੜ੍ਹ ਜਾਂਦਾ।
2 ਸਾਲ ਮੰਜੇ ਤੇ ਰਹਿੰਦੇ ਨੇ। ਭਾਵੇਂ कि ਜਿਹੜਾ ਸਮਾਜ ਸੁਧਾਰ ਦਾ ਕਾਰਜ ਸੀ ਉਹ ਮਾਤਾ ਸਵਿਤਰੀ ਬਾਈ ਫੂਲੇ ਜੀ ਸਾਂਭਦੇ ਸੀ, ਜਿਹੜਾ ਸਮਾਜ ਜਾਗਰੂਕ ਕਰ ਦਿੱਤਾ ਸੀ ਉਹ ਸਾਂਭ ਰਿਹਾ ਸੀ। ਇਸ ਤਰ੍ਹਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 2 ਸਾਲ ਬਾਅਦ ਸਨ 28 ਨਵੰਬਰ 1890 ਨੂੰ ਆਪ ਇਸ ਦੁਨੀਆ ਤੋਂ ਸਦਾ ਲਈ ਚਲੇ ਗਏ। ਮਹਾਤਮਾ ਜੋਤੀ ਰਾਓ ਫੂਲੇ ਸਾਹਿਬ ਜੀ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਜ ਦੇ ਲੇਖੇ ਲਾਇਆ, ਸਾਡੇ ਲੇਖੇ ਲਾਇਆ। ਤੁਸੀਂ ਇੱਕ ਵਾਰ ਸੋਚ ਕੇ ਵੇਖੋ ਕਿ ਜੋਤੀ ਰਾਓ ਫੂਲੇ ਸਾਹਿਬ ਜੀ ਨਾ ਹੁੰਦੇ ਕੀ ਔਰਤਾਂ ਲਈ ਸਕੂਲ ਖੋਲ੍ਹਿਆ ਜਾਣਾ ਸੀ? ਕੌਣ ਖੋਲ੍ਹਦਾ ਸਕੂਲ? ਕੌਣ ਪੁੱਛਦਾ ਸਾਨੂੰ? ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਜੋਤੀ ਰਾਓ ਫੂਲੇ ਸਾਹਿਬ ਨੇ ਇਕੱਲੇ ਸ਼ੂਦਰਾਂ ਲਈ, ਦਲਿਤਾਂ ਲਈ ਜਾਂ ਉਹਨਾਂ ਦੀਆਂ ਔਰਤਾਂ ਲਈ ਨਹੀਂ ਸਕੂਲ ਖੋਲ੍ਹਿਆ। ਉਹ ਭਾਰਤ ਦੀਆਂ ਜਿੰਨੀਆਂ ਵੀ ਔਰਤਾਂ ਸੀ, ਜਿੰਨੀਆਂ ਵੀ ਮਾਤਾਵਾਂ ਸੀ, ਜਿੰਨੀਆਂ ਵੀ ਭੈਣਾਂ ਸੀ, ਜਿੰਨੀਆਂ ਵੀ ਬੱਚੀਆਂ ਸੀ, ਸਾਰਿਆਂ ਲਈ ਸਕੂਲ ਖੋਲ੍ਹਿਆ। ਇਹ ਸਕੂਲ ਇਕੱਲਾ, ਫਿਰ ਮੈਂ ਦੁਹਰਾ ਦਿਆਂ, ਇਹ ਸ਼ੂਦਰਾਂ ਦਲਿਤਾਂ ਦੀਆਂ ਧੀਆਂ ਭੈਣਾਂ ਲਈ ਨਹੀਂ, ਭਾਰਤ ਦੀਆਂ ਸਾਰੀਆਂ ਔਰਤਾਂ ਲਈ ਖੋਲ੍ਹਿਆ ਗਿਆ। ਸੋ ਮਹਾਤਮਾ ਜੋਤੀ ਰਾਓ ਫੂਲੇ ਸਾਹਿਬ ਜੀ ਦਾ ਅੱਜ ਜਨਮ ਦਿਨ ਹੈ। ਸੋ ਸਾਰਿਆਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਜਿੱਥੇ ਆਪਾਂ ਇਤਿਹਾਸ ਦੀ ਟੂਕ ਮਾਤਰ ਸਾਂਝ ਪਾਈ ਹੈ, ਆਉਣ ਵਾਲੇ ਸਮੇਂ ਦੇ ਵਿੱਚ ਮਹਾਤਮਾ ਜੋਤੀ ਰਾਓ ਫੂਲੇ ਸਾਹਿਬ ਜੀ ਦੇ ਜੀਵਨ ਦੀ ਚੰਗੀ ਤਰ੍ਹਾਂ ਆਪਾਂ ਵਿਚਾਰ ਕਰਾਂਗੇ ਕਿ ਕਿਵੇਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸੰਘਰਸ਼ ਕੀਤਾ, ਜਿਨ੍ਹਾਂ ਦੀ ਬਦੌਲਤ ਅਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਆਜ਼ਾਦ ਹਾਂ। ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਮਹਾਤਮਾ ਜੋਤੀ ਰਾਓ ਫੂਲੇ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਿਆ। ਬਾਬਾ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ 3 ਗੁਰੂ ਧਾਰਨ ਕੀਤੇ। ਇੱਕ ਮਹਾਤਮਾ ਬੁੱਧ ਜੀ, ਤਥਾਗਤ ਬੁੱਧ ਜੀ। ਦੂਸਰੇ ਨੰਬਰ 'ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ, ਕਿਉਂਕਿ ਬਾਬਾ ਸਾਹਿਬ ਦਾ ਜਿਹੜਾ ਪਰਿਵਾਰ ਸੀ ਉਹ ਕਬੀਰ ਪੰਥੀ ਸੀ। ਤੀਸਰੇ ਗੁਰੂ ਮਹਾਤਮਾ ਜੋਤੀ ਰਾਓ ਫੂਲੇ ਸਾਹਿਬ ਜੀ। ਸੋ ਆਪਾਂ ਵੀ ਇਹਨਾਂ ਮਹਾਂਪੁਰਖਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਸਵਾਰੀਏ। ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ ਜੀ। ਅੱਗੇ ਤੋਂ ਆਪ ਜੀ ਦੇ ਨਾਲ ਹੋਰ ਸ਼ੁੱਧ ਸਪਸ਼ਟ ਵਿਚਾਰਾਂ ਦੀ ਸਾਂਝ ਪਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ, ਜੈ ਜੋਤੀ ਰਾਓ ਫੂਲੇ ਸਾਹਿਬ ਜੀ।